ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਨਾਨਕ ਪਿਓ ਦੀ ਯਾਤਰਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਆਪ ਜੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਦੀ ਸ਼ਾਨ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸੀ। ਹੁਣ ਸਮਾਂ ਹੈ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਵਿਚਾਰ ਦਾ। ਗੁਰ ਇਤਿਹਾਸ ਦੀ ਵਿਚਾਰ ਆਪ ਜੀ ਨੂੰ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਨਾਨਕ ਪਿਓ ਸਾਹਿਬ ਸਰਵਣ ਕਰਾਉਣਗੇ। ਆਪ ਜੀ ਇਸੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰਉ ਅੰਗਦ ਦੁਖ ਨਿਕੰਦਨਾ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਰਾਮਦਾਸ ਗੁਰੂ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪਰੇ ਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ, ਪਰਵ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ,
ਧਰ ਪਰ ਧਰ ਕਰ ਮਾਥ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਭਾ ਸਰਬ ਕਵੀਨ ਬਿਕੈ, ਇਸ ਬਿਦ ਪਇਓ ਸੁਪਾਦ। ਧਨ ਧਨ ਸਭ ਹੀ ਕਹੈ, ਹਿਰਦੇ ਅਦਿਕ ਅਹਿਲਾਦ। ਜਾਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਜੀ ਸ਼ਾਨ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪ੍ਰਸੰਗ ਜੋ ਚੱਲ ਰਿਹਾ ਹੈ ਉਹਦੇ ਵਿੱਚ ਆਪ ਜੀ ਨੇ ਸਰਵਣ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਧਰਮ ਕਮਾਉਣ ਵਾਸਤੇ ਪੰਥ ਰਚਿਆ ਹੈ। ਇਹ ਜਿਹੜਾ ਖਾਲਸਾ ਪੰਥ ਹੈ ਇਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਸਾਜਿਆ ਗਿਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿੰਦੇ ਧਰਮ ਕਮਾਉਣ ਵਾਸਤੇ ਇਹ ਪੰਥ ਸਾਜਿਆ ਹੈ ਤੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਪੂਜਾ ਦਾ ਜਿਹੜਾ ਧਨ ਹੈ ਉਹ ਨਹੀਂ ਖਾਣਾ। ਲੋਭੀ ਹੋ ਕੇ ਜਿਹੜੇ ਸਾਡੀ ਸਿੱਖਿਆ ਨੂੰ ਨਹੀਂ ਮੰਨਦੇ, ਪੂਜਾ ਦਾ ਧਨ ਖਾਂਦੇ ਹਨ, ਉਹ ਸੂਰ ਦੀ ਜੂਨ ਵਿੱਚ ਪੈਣਗੇ। ਜਿਸ ਤਰ੍ਹਾਂ ਕੋਈ ਪ੍ਰੇਮੀ ਜਨ ਆ ਕੇ ਕਵੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਕਿ ਇਹ ਮੈਂ ਪੈਸੇ ਲੰਗਰ ਦੇ ਵਿੱਚ ਪਾਉਣੇ ਆ, ਤੇ ਉਹ ਲੰਗਰ ਵਾਲੇ ਪੈਸੇ ਜਾਂ ਬਿਲਡਿੰਗ ਫੰਡ ਵਾਲੇ ਪੈਸੇ ਉਹ ਆਪ ਰੱਖ ਲਵੇ ਤੇ ਉਹ ਗੁਨਾਹਗਾਰ ਹੈ। ਜਿਹੜਾ ਕੋਈ ਤਿਲ ਫੁੱਲ ਅਰਦਾਸ ਭੇਟ ਗ੍ਰੰਥੀ ਸਿੰਘ ਨੂੰ ਦੇ ਕੇ ਜਾਵੇ ਉਹ ਉਹਨੂੰ ਰੱਖ ਲਵੇ। ਲੰਗਰ ਦੇ ਪੈਸੇ ਲੰਗਰ ਵਿੱਚ ਰਸੀਦ ਕਟਾਵੇ ਤੇ ਬਿਲਡਿੰਗ ਫੰਡ ਦੇ ਜਿਹੜੇ ਪੈਸੇ ਉਹ ਉਸ ਖਾਤੇ ਵਿੱਚ ਰਸੀਦ ਕਟਾਵੇ। ਤੇ ਜੇ ਕੋਈ ਕਰਦਾ ਹੈ ਉਹਨੂੰ ਕਹਿੰਦੇ ਵੀ ਪੂਜਾ ਦਾ ਧਨ ਖਾਣਾ, ਇਹ ਗੁਰੂ ਘਰ ਦਾ ਧਨ ਖਾਣਾ। ਤੇ ਇੱਥੇ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਉਹ ਸੂਰ ਦੀ ਜੂਨ ਵਿੱਚ ਪੈਣਗੇ ਜਿਹੜੇ ਇੱਦਾਂ ਕਰਨਗੇ, ਜਿਹੜੇ ਲਾਲਚੀ ਹੋ ਜਾਣਗੇ। ਦਿਨ ਰਾਤ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਕਰਨਾ ਹੈ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਨੇ ਕਿਹਾ ਸੀਗਾ ਕਿਸੇ ਮਨਮੁਖ ਨੂੰ ਵੀ ਤੂੰ
ਰੱਬ ਦਾ ਨਾਂ ਜਪਿਆ ਕਰ। ਆਪਣੇ ਧਰਮ ਦੇ ਅਨੁਸਾਰ ਉਹਨੇ ਕਿਹਾ ਰਾਮ ਰਾਮ ਜਪਿਆ ਕਰ। ਉਹ ਕਹਿੰਦਾ ਨਹੀਂ, ਮੈਂ ਨਹੀਂ ਜਪਣਾ। ਉਹ ਕਹਿਣ ਲੱਗਾ ਵੀ ਜੇ ਤੂੰ ਨਹੀਂ ਜਪਣਾ, ਕੋਈ ਰੱਬ ਦੇ ਨਾਲ ਗੁੱਸੇ ਆ ਤੇ ਫਿਰ ਮਰਾ ਮਰਾ ਕਹੀ ਜਾਇਆ ਕਰ, ਤੇ ਜਦੋਂ ਕਹੇਗਾ ਫਿਰ ਆਪੇ ਹੀ ਰਾਮ ਰਾਮ ਵਿੱਚ ਬਦਲ ਜਾਏਗਾ। ਸਮਝਾਉਣ ਦਾ ਤਰੀਕਾ ਸੀ। ਕਈ ਰੱਬ ਦੇ ਨਾਲ ਵੀ ਗੁੱਸਾ ਕਰਦੇ ਜੀ, ਰੱਬ ਦੇ ਨਾਲ ਝਗੜਾ ਕਰਦੇ ਨੇ, ਉਲਾਂਭੇ ਦਿੰਦੇ ਨੇ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨਾ ਹੈ। ਹੁਣ ਰਾਮ ਦਾ ਨਾਂ ਦੋ ਤਰ੍ਹਾਂ ਆਇਆ ਹੈ ਗੁਰਬਾਣੀ ਦੇ ਵਿੱਚ। ਇੱਕ ਤੇ ਦਸ਼ਰਥ ਜੀ ਦੇ ਸੁਪੁੱਤਰ ਰਾਮ ਜੀ ਵਾਸਤੇ ਆਇਆ, ਤੇ ਇੱਕ ਆਇਆ ਅਕਾਲ ਪੁਰਖ ਵਾਸਤੇ। ਤੇ ਜਿਹੜਾ ਸਾਨੂੰ ਪਰਮਾਤਮਾ ਦੇ ਨਾਮ ਜਪਣ ਦੀ ਹਦਾਇਤ ਹੋਈ, ਜੇ ਅਸੀਂ ਰਾਮ ਵੀ ਕਹਿਣਾ ਤੇ ਅਕਾਲ ਪੁਰਖ ਨੂੰ ਮੁੱਖ ਰੱਖ ਕੇ ਕਹਿਣਾ, ਜਿਹੜਾ ਰਮਿਆ ਹੋਇਆ ਸਾਰੇ ਸੰਸਾਰ ਦੇ ਵਿੱਚ। ਕਹਿੰਦੇ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ। ਤੇ ਪੁੱਛਿਆ ਗਿਆ ਕੌਣ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘਟ ਘਟ ਮੈਂ ਲੇਟਾ। ਤੇ ਜਵਾਬ ਆਇਆ ਆਕਾਰ ਰੂਪ ਦਸ਼ਰਥ ਕਾ ਬੇਟਾ। ਜਿਹੜਾ ਸਰੀਰ ਧਾਰਨ ਕਰਕੇ ਸੰਸਾਰ ਤੇ ਆਇਆ ਨਾ, ਉਹ ਦਸ਼ਰਥ ਦਾ ਬੇਟਾ ਰਾਮ ਹੈ। ਸਕਾਰ ਰੂਪ ਘਟ ਘਟ ਮੈਂ ਲੇਟਾ, ਜਿਹੜਾ ਸਾਰੇ ਸਰੀਰਾਂ ਦੇ ਅੰਦਰ ਵਸ ਰਿਹਾ ਹੈ, ਜਿਹਨੂੰ ਆਖਿਆ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਦੇ। ਉਹ ਜਿਹੜਾ ਹਰ ਇੱਕ ਦੇ ਅੰਦਰ ਵਸਣ ਵਾਲਾ ਹੈ, ਉਹ ਰਾਮ ਅਕਾਲ ਪੁਰਖ ਹੈ, ਜਿਹੜਾ ਹਰ ਘਟ ਦੇ, ਹਰ ਹਿਰਦੇ ਦੇ ਅੰਦਰ ਬੈਠਾ ਹੋਇਆ ਹੈ। ਤੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜਨੀ ਹੈ, ਤੇ ਆਪਣੀ ਕੁੱਲ ਦੀ ਕਾਰ ਕਰਨੀ ਹੈ। ਕਈ ਤੁਸੀਂ ਦੇਖਿਆ ਪੀੜ੍ਹੀ ਦਰ ਪੀੜ੍ਹੀ ਉਹੀ ਪਿਤਾ ਪੁਰਖੀ ਵਾਲਾ ਹੀ ਕਿੱਤਾ ਕਰਦੇ ਨੇ, ਕਈ ਬਦਲ ਵੀ ਲੈਂਦੇ ਨੇ। ਕਹਿਣ ਤੋਂ ਭਾਵ ਜਿੱਥੇ ਨਾਮ ਜਪਣਾ ਹੈ ਉੱਥੇ ਕਿਰਤ ਵੀ ਕਰਨੀ ਹੈ। ਕਿਰਤ ਦਾ ਪਹਿਲਾ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਕਿਸੇ ਉੱਤੇ ਬੋਝ ਨਹੀਂ ਬਣਨਾ, ਆਪਣੀ ਰੋਟੀ ਆਪ ਕਮਾ ਕੇ ਖਾਣੀ ਹੈ, ਤੇ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ। ਫਿਰ ਅੱਗੇ ਆਪਣੀ ਕਮਾਈ ਵਿੱਚੋਂ ਦਾਨ ਪੁੰਨ ਵੀ ਕਰਨਾ ਹੈ, ਵੰਡ ਕੇ ਵੀ ਛਕਣਾ ਹੈ, ਦਸਵੰਧ ਵੀ ਕੱਢਣਾ ਹੈ ਗੁਰੂ ਪ੍ਰਤੀ। ਗੁਰੂ ਸਾਹਿਬ ਜੀ ਕਹਿਣ ਲੱਗੇ ਪਾਪ ਬਿਡਾਰੈ ਸਿੱਖ ਮਮ, ਸਾਖੀ ਸੁਨ ਉਪਕਾਰ। ਮੇਰੀ ਸਿੱਖਿਆ ਸੁਣ ਕੇ ਜਿਹੜਾ ਸਿੱਖ ਹੈ ਉਹ ਆਪਣੇ ਪਾਪ ਦੂਰ ਕਰੇ, ਤੇ ਉਪਕਾਰ ਜਿਹੜਾ ਹੈ ਇਹ ਪਰਉਪਕਾਰ ਕਰੇ, ਦੂਸਰਿਆਂ ਉੱਤੇ ਵੀ ਪਰਉਪਕਾਰ ਕਰੇ। ਜੇ ਆਪ ਕੋਈ ਸਾਖੀ ਸੁਣੀ ਹੈ, ਕੋਈ ਸਿੱਖਿਆ ਗ੍ਰਹਿਣ ਕੀਤੀ ਹੈ, ਉਹ ਦੂਜੇ ਨੂੰ ਵੀ ਸੁਣਾਵੇ। ਇੱਥੇ ਤਾਂ ਸਾਰਿਆਂ ਵਾਸਤੇ ਉਪਦੇਸ਼ ਸਾਂਝਾ ਦਿੱਤਾ ਗਿਆ। ਇੱਥੇ ਆਖਿਆ ਗਿਆ ਆਪ ਜਪੋ ਅਵਰੈ ਨਾਮ ਜਪਾਵੋ। ਇੱਥੇ ਉਹ ਗੱਲ ਨਹੀਂ ਵੀ ਜਿਹੜੀ ਕੰਨ ਦੇ ਵਿੱਚ ਮੰਤਰ ਦੇ ਦਿੱਤਾ, ਆਖਿਆ ਵੀ ਅੱਗੇ ਨਾ ਦੱਸੀ। ਇੱਥੇ ਗੁਰੂ ਸਾਹਿਬ ਕਹਿੰਦੇ ਆਪ ਜਪੋ ਅਵਰੈ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਆਪ ਸਿੱਖਿਆ ਗ੍ਰਹਿਣ ਕਰੇ ਤੇ ਪਰਉਪਕਾਰ ਵਾਸਤੇ ਸਾਖੀਆਂ ਸੁਣਾਵੇ ਗੁਰ ਇਤਿਹਾਸ ਦੀਆਂ। ਤੇ ਫਿਰ ਗੁਰੂ ਸਾਹਿਬ ਨੇ ਆਖਿਆ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਉਹ ਸ਼ਾਸਤਰਾਂ ਨੂੰ ਧਾਰਨ ਕਰੇ, ਕਿਉਂਕਿ ਕਕਾਰਾਂ ਦੇ ਵਿੱਚ ਹੀ ਸ਼ਾਸਤਰ ਸਾਨੂੰ ਬਖਸ਼ ਦਿੱਤਾ। ਤੇ ਇਹ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਵੀ ਸ਼ਾਸਤਰ ਧਾਰਨ ਕਰਨੇ ਹਨ। ਸ਼ਾਸਤਰਾਂ ਨੂੰ
ਆਪਣੇ ਅੰਗ ਸੰਗ ਰੱਖਣਾ ਹੈ। ਇਹ ਜਦੋਂ ਧਾਰਨ ਕਰ ਲਈਏ ਫਿਰ ਇਦਾਂ ਹੋ ਜਾਂਦਾ ਵੀ ਜਿੱਦਾਂ ਸਾਡੇ ਬਾਹਾਂ ਲੱਤਾਂ ਸਾਡੇ ਸਰੀਰ ਦੇ ਅੰਗ ਨੇ ਨਾ, ਫਿਰ ਸਾਨੂੰ ਉੱਪਰੇ ਨਹੀਂ ਜਾਪਦੇ। ਪਹਿਲੇ ਦਿਨ ਤੇ ਕੋਈ ਕੜਾ ਵੀ ਪਾਵੇ ਤੇ ਉਹਨੂੰ ਹੋਰ ਤਰ੍ਹਾਂ ਲੱਗਦਾ ਹੈ, ਪਰ 2-4 ਦਿਨ ਬਾਅਦ ਉਹਦੇ ਸਰੀਰ ਦਾ ਅੰਗ ਬਣ ਜਾਂਦਾ ਹੈ। ਇਹ ਜੋ ਸ਼ਾਸਤਰ ਹੈ ਇਹਨੂੰ ਪੀਰ ਕਿਹਾ ਗੁਰੂ ਸਾਹਿਬ ਜੀ ਨੇ। ਇਹ ਸ਼ਾਸਤਰ ਹੀ ਜੇ ਆਜ਼ਾਦੀ ਦਵਾਈ ਤੇ ਸ਼ਾਸਤਰਾਂ ਨੇ ਹੀ ਦਵਾਈ ਹੈ। ਕਹਿੰਦੇ ਸ਼ਾਸਤਰਨ ਕੋ ਧਾਰ ਕਰੇ ਜੀਵਕਾ ਆਪਣੀ ਪਰਾਲਬਧ ਅਨੁਸਾਰ। ਪਰਾਲਬਧ ਦੇ ਅਨੁਸਾਰ ਆਪਣੀ ਆਪਣੀ ਰੋਟੀ ਕਮਾ ਕੇ ਖਾਵੇ, ਆਪਣਾ ਪਰਿਵਾਰ ਪਾਲੇ। ਗ੍ਰਸਤੀ ਇਸੇ ਵਾਸਤੇ ਗ੍ਰਸਤ ਧਰਮ ਉੱਤਮ ਗਿਣਿਆ ਗਿਆ ਹੈ ਕਿ ਗ੍ਰਸਤੀ ਆਪਣਾ ਪਰਿਵਾਰ ਪਾਲਦਾ ਹੈ। ਉਹਦੇ ਦਰ ਤੇ ਜੇ ਕੋਈ ਹੋਰ ਕੋਈ ਆ ਜਾਵੇ ਤੇ ਉਹਦੀ ਝੋਲੀ ਵਿੱਚ ਵੀ ਕੁਝ ਪਾ ਦਿੰਦਾ ਹੈ। ਜੋਗੀ ਜਿਹੜੇ ਗ੍ਰਸਤ ਧਰਮ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਚਲੇ ਗਏ ਸਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਚਲ ਬਟਾਲੇ ਦੀ ਧਰਤੀ ਦੇ ਉੱਤੇ ਇਹੀ ਆਖਿਆ ਸੀ ਕਿ ਤੁਹਾਡੇ ਵਰਗੇ ਵਿਹਲੜ ਲੋਕਾਂ ਦੇ ਨਾਲੋਂ ਗ੍ਰਸਤੀ ਜਿਹੜਾ 1000 ਦਰਜੇ ਚੰਗਾ ਹੈ। ਇੱਕ ਆਪਣਾ ਪਰਿਵਾਰ ਪਾਲਦਾ, ਦੂਜਾ ਤੁਹਾਡੇ ਵਰਗਿਆਂ ਨੂੰ ਵੀ ਰੋਟੀ ਖਵਾਉਂਦਾ ਹੈ। ਜਿਸ ਧਰਮ ਦੀ ਤੁਸੀਂ ਨਿੰਦਿਆ ਕੀਤੀ ਰੋਟੀ ਖਾਣ ਵਾਸਤੇ ਤੇ ਉਹਨਾਂ ਦੇ ਘਰਾਂ ਵਿੱਚੋਂ ਹੀ ਜਾ ਕੇ ਮੰਗਦੇ ਹੋ ਨਾ, ਇਸ ਵਾਸਤੇ ਗ੍ਰਸਤ ਧਰਮ ਜਿਹੜਾ ਉਹ ਸਭ ਨਾਲੋਂ ਉੱਤਮ ਹੈ। ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਗਿਆਨਣ ਮੈਂ ਗਿਆਨ ਅਰ ਧਿਆਨਣ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਆਪਣੀ ਉਪਜੀਵਕਾ ਕਰੇ, ਕਿਸੇ ਉੱਤੇ ਬੋਝ ਨਾ ਬਣੇ। ਅੱਗੇ ਕਵੀ ਜੀ ਜਿਸ ਤਰ੍ਹਾਂ ਪ੍ਰਸੰਗ ਬਿਆਨ ਕਰਦੇ ਹਨ, ਕਵੀ ਸੰਤੋਖ ਸਿੰਘ ਜੀ ਚੂੜਾਮਣੀ, ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ, ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਨ ਮੈਂ ਸੁਆਮੀ ਧਰਮ ਕੋ, ਪੀਠ ਨਰਿਪ ਕੋ ਦੇਹ। ਕਹਿੰਦੇ ਜਦੋਂ ਕਿਸੇ ਦੇ ਨਾਲ ਉਹਦੇ ਅੰਗ ਪਾਲਕ ਦੀ ਸੇਵਾ ਲੱਗੀ ਹੋਵੇ ਨਾ, ਜਿਹਨੂੰ ਆਪ ਜੀ ਬੋਡੀਗਾਰਡ ਕਹਿੰਦੇ ਹੋ, ਉਹਨੂੰ ਅੰਗ ਪਾਲਕ ਵੀ ਕਹਿੰਦੇ ਨੇ। ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਰੱਖਿਆ ਕਰਨ ਦੀ। ਮਾਲਕ ਨਾਲ ਅੰਗ ਪਾਲਣ ਤੋਂ, ਰੱਖਿਆ ਕਰਨ ਤੋਂ ਕਦੇ ਮੂੰਹ ਨਾ ਮੋੜੇ। ਤੇ ਜੇ ਕਿਤੇ ਕਿਸੇ ਦਾ ਹਮਲਾ ਹੋ ਜਾਵੇ ਫਿਰ ਵੈਰੀ ਦੇ ਸਾਹਮਣੇ ਹੋ ਕੇ ਲੜੇ ਜੀ। ਸਨਮੁਖ ਹੋਏ ਸ਼ਸਤਰਨ ਹਤੇ, ਸੁਰ ਪਰ ਕੇ ਜਸ ਲੇਹ। ਕਹਿੰਦੇ ਪਿੱਠ ਦੇ ਕੇ ਉਥੋਂ ਭੱਜ ਨਾ ਜਾਵੇ ਵੀ ਮੈਂ ਆਪਣੀ ਜਾਨ ਬਚਾ ਲਵਾਂ, ਮਾਲਕ ਮਰਦਾ ਮਰ ਜਾਵੇ ਮੈਂ ਕੀ ਲੈਣਾ। ਇਸ ਤਰ੍ਹਾਂ ਨਾ ਕਰੇ। ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਵੇ, ਤੇ ਜੇ ਜ਼ਿੰਮੇਵਾਰੀ ਨਿਭਾਵੇਗਾ ਇਸ ਲੋਕ ਦੇ ਵਿੱਚ ਉਹਦਾ ਜਸ ਹੋਵੇਗਾ ਕਿ ਇਹਨੇ ਜ਼ਿੰਮੇਵਾਰੀ ਨਿਭਾਈ ਹੈ। ਤੇ ਪਰਲੋਕ ਦੇ ਵਿੱਚ, ਸਵਰਗ ਲੋਕ ਦੇ ਵਿੱਚ ਉਹਨੂੰ ਸੁੱਖ ਮਿਲੇਗਾ ਜੀ। ਤਜ ਤੀਰਜ ਰਨ ਤੇ ਭਜੇ, ਜਸ ਮੈਂ ਲੈ ਅਪਵਾਦ। ਜਿਹੜਾ ਧੀਰਜ ਛੱਡ ਕੇ ਹੌਸਲਾ ਹਾਰ ਕੇ ਰਣ ਖੇਤਰ ਵਿੱਚੋਂ ਭੱਜ ਜਾਂਦਾ ਹੈ ਜਾਂ ਮਾਲਕ ਦੇ ਨਾਲ ਵਫਾਦਾਰੀ ਨਹੀਂ ਨਿਭਾਉਂਦਾ, ਉਹ ਜਗਤ ਦੇ ਵਿੱਚ ਆਪਣੀ ਨਿੰਦਿਆ ਕਰਵਾਉਂਦਾ ਹੈ ਜੀ। ਮਰੇ ਪਾਪ ਫਲ ਭੋਗ ਹੈ, ਪਾਏ ਨ ਕਿਤੇ ਹਲਾਦ। ਕਹਿੰਦਾ ਇੱਕ ਤੇ ਨਿੰਦਿਆ ਕਰਵਾਉਂਦਾ ਸੰਸਾਰ ਦੇ ਵਿੱਚ। ਲੋਕੀ ਕਹਿੰਦੇ ਜਦੋਂ ਲੋੜ ਪਈ ਤੇ ਪਿੱਠ ਦੇ ਕੇ ਭੱਜ ਗਿਆ, ਅਕਿਰਤ ਘਣ ਹੈ। ਤੇ ਦੂਜਾ ਪਾਪ ਦੇ ਫਲ ਭੋਗ ਕੇ
ਉਹਦੀ ਮੌਤ ਹੁੰਦੀ ਹੈ। ਕਿਤੇ ਵੀ ਪ੍ਰਸੰਨਤਾ ਪ੍ਰਾਪਤ ਨਹੀਂ ਕਰੇਗਾ ਜੀ। ਜਾਤ ਬਰਨ ਕੀ ਕਾਨ ਤਜ ਮਿਲੇ ਖਾਲਸੇ ਸੰਗ। ਇਹ ਜਾਤੀ ਤੇ ਰੰਗ ਦੀ ਆਨ ਛੱਡੋ। ਮੇਰੀ ਜਾਤ ਉੱਚੀ ਹੈ, ਦੂਜੇ ਦੀ ਨੀਵੀਂ ਹੈ, ਇਹ ਗੱਲਾਂ ਗੁਰੂ ਘਰ ਦੇ ਵਿੱਚ ਨਹੀਂ। ਇੱਥੇ ਤਾਂ ਇੱਕ ਪੰਗਤ ਤੇ ਇੱਕ ਸੰਗਤ ਬਖਸ਼ੀ ਹੈ, ਕਿਤੇ ਵੀ ਕੋਈ ਆ ਕੇ ਬੈਠ ਸਕਦਾ ਹੈ। ਕਿਸੇ ਦੀ ਕੋਈ ਮਜਾਲ ਹੈ ਵੀ ਕਿਸੇ ਨੂੰ ਉਠਾ ਦੇਵੇ ਵੀ ਇੱਥੇ ਕਿਉਂ ਬੈਠਾ ਹੈ? ਨਹੀਂ, ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਸੰਗਤ ਵਿੱਚ ਬਹਿਣ ਦਾ। ਹਾਂ, ਥੋੜਾ ਜਿਹਾ ਮਰਿਆਦਾ ਦਾ ਪਾਲਣ ਕਰੇ ਵੀ ਸੰਗਤ ਵਿੱਚ ਬਹਿ ਕੇ ਗੱਲਾਂ ਨਾ ਕਰੇ, ਹਾਰ ਜਾ ਸੁਣ ਤੇ ਬਾਤ ਚਲਾਵੇ, ਤਨਖਾਹਦਾਰ ਉਹ ਵੱਡਾ ਕਹਾਵੇ, ਰਹਿਤਨਾਮਿਆਂ ਅਨੁਸਾਰ ਉਹ ਤਨਖਾਹੀਆ ਨਹੀਂ ਜਿਹੜਾ ਸੰਗਤ ਵਿੱਚ ਬਹਿ ਕੇ ਗੱਲਾਂ ਕਰੇ। ਜਾਂ ਬੱਚਿਆਂ ਨੂੰ ਨਾਲ ਲਿਆਇਆ ਤੇ ਉਹਨਾਂ ਨੂੰ ਸੰਭਾਲ ਕੇ ਰੱਖੇ। ਇਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੇ, ਪਰ ਮਨਾ ਕੋਈ ਨਹੀਂ ਹੈ। ਕੋਈ ਵੀ ਆ ਕੇ ਸੰਗਤ ਵਿੱਚ ਬਹਿ ਸਕਦਾ ਹੈ। ਜਦੋਂ ਲੰਗਰ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਪੰਗਤ ਵਿੱਚ ਕਿਤੇ ਵੀ ਕੋਈ ਬੈਠ ਸਕਦਾ ਹੈ, ਕਿਸੇ ਨੂੰ ਮਨਾ ਨਹੀਂ ਹੈ ਕਿ ਤੁਸੀਂ ਇੱਥੇ ਨਹੀਂ ਬੈਠਣਾ, ਦੂਸਰੇ ਬੰਨੇ ਬੈਠੋ ਨਾ। ਸਾਰਿਆਂ ਵਾਸਤੇ ਪੰਗਤ ਇੱਕ, ਸਾਰਿਆਂ ਵਾਸਤੇ ਸੰਗਤ ਇੱਕ ਹੈ। ਖਾਲਸਾ ਪੰਥ ਦੀ ਸਾਜਨਾ ਕੀਤੀ ਕਿ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਬੈਠੋ। ਜਾਤੀ ਤੇ ਰੰਗ ਦੀ ਆਨ ਛੱਡੋ। ਕੀ ਫਰਕ ਪੈਂਦਾ ਹੈ? ਕਿਸੇ ਦਾ ਰੰਗ ਗੋਰਾ ਹੋਵੇ ਜਾਂ ਕਾਲਾ ਹੋਵੇ, ਉਹਦੇ ਅੰਦਰ ਜਿਹੜੀ ਤਸਵੀਰ ਹੈ ਨਾ, ਉਹਦੇ ਤੋਂ ਫਰਕ ਪੈਂਦਾ ਹੈ। ਉਹਦੀ ਬੋਲੀ ਮਿੱਠੀ ਹੈ ਕਿ ਉਹਦੀ ਬੋਲੀ ਖਰਵੀ ਹੈ। ਭਾਵੇਂ ਜਿੰਨਾ ਮਰਜ਼ੀ ਰੰਗ ਦਾ ਗੋਰਾ ਹੋਵੇ, ਜੇ ਬੋਲੀ ਮਾੜੀ ਹੋਏਗੀ ਤੇ ਲੋਕ ਸਤਿਕਾਰ ਨਹੀਂ ਦਿੰਦੇ। ਫਿਰ ਲੋਕ ਥੁੱਕਾਂ ਪਾਉਂਦੇ ਨੇ, ਲਾਹਨਤਾਂ ਪਾਉਂਦੇ ਨੇ, ਇੱਥੋਂ ਤੱਕ ਕਹਿ ਦਿੰਦੇ ਵੀ ਰੰਗ ਨੂੰ ਅਸੀਂ ਚੱਟਣਾ ਹੈ, ਬੋਲੀ ਇਹਦੀ ਤਾਂ ਇੰਨੀ ਮਾੜੀ ਹੈ। ਇਹ ਹੈ ਸੀਰਤ। ਸੀਰਤ ਚੰਗੀ ਹੋਣੀ ਚਾਹੀਦੀ ਹੈ। ਸੂਰਤ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਜੋ ਰੰਗ ਨੇ ਪ੍ਰਮਾਤਮਾ ਨੇ ਬਣਾਏ ਹਨ ਤੇ ਪ੍ਰਮਾਤਮਾ ਆਪ ਮਿੱਠਾ ਬੋਲਣ ਵਾਲਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਜੇ ਰੱਬ ਮਿੱਠਾ ਬੋਲਦਾ ਤੇ ਫਿਰ ਆਪਾਂ ਨੂੰ ਵੀ ਮਿੱਠਾ ਹੀ ਬੋਲਣਾ ਚਾਹੀਦਾ ਹੈ। ਸੀਰਤ ਚੰਗੀ ਹੋਣੀ ਚਾਹੀਦੀ ਹੈ। ਜਦੋਂ ਬੋਲੋ ਤੇ ਤੁਹਾਡੇ ਬੋਲਾਂ ਵਿੱਚ ਇੱਕ ਕਸ਼ਿਸ਼ ਹੋਵੇ। ਮਿੱਠੀ ਬੋਲੀ ਬੋਲੋ, ਪਿਆਰ ਦੀ ਬੋਲੀ ਬੋਲੋ। ਰੱਬ ਦੀ ਬੋਲੀ ਵੀ ਪਿਆਰ ਦੀ ਬੋਲੀ ਹੈ। ਭਾਖਿਆ ਭਾਉ ਅਪਾਰ। ਕਹਿੰਦੇ ਸਾਰਾ ਕੁਝ ਛੱਡ ਕੇ, ਵਖਰੇਵੇਂ ਛੱਡ ਕੇ ਖਾਲਸੇ ਨਾਲ ਆ ਕੇ ਮਿਲੋ, ਖਾਲਸਾ ਪੰਥ ਵਿੱਚ ਸ਼ਾਮਲ ਹੋਵੋ। ਇਸ ਤਰ੍ਹਾਂ ਕਵੀ ਜੀ ਬਿਆਨ ਕਰਦੇ ਹਨ ਜੀ। ਗੁਰਬਾਣੀ ਸੋ ਪ੍ਰੇਮ ਕਰ ਮਨ ਰੂਪ ਗੂੜਾ ਰੰਗ। ਤੇ ਕਹਿੰਦੇ ਗੁਰਬਾਣੀ ਦੇ ਨਾਲ ਪਿਆਰ ਕਰੋ। ਗੁਰਬਾਣੀ ਦੇ ਨਾਲ, ਸ਼ਬਦ ਗੁਰੂ ਦੇ ਨਾਲ ਪਿਆਰ ਕਰੋ। ਗੂੜੇ ਰੰਗ ਵਾਲੇ ਪ੍ਰੇਮ ਵਿੱਚ ਆਪਣੇ ਮਨ ਨੂੰ ਰੰਗ ਲਵੋ ਜੀ। ਹਮਰੋ ਹੈ ਉਪਦੇਸ਼ ਅਸ ਜੋ ਤਾਰੇ ਸੁਖ ਪਾਏ। ਸਾਡਾ ਇਸ ਪ੍ਰਕਾਰ ਉਪਦੇਸ਼ ਹੈ, ਜਿਹੜਾ ਵੀ ਧਾਰਨ ਕਰੇਗਾ, ਇਹ ਸਾਡੇ ਉਪਦੇਸ਼ ਨੂੰ ਮੰਨੇਗਾ, ਉਹ ਸੁਖ ਪਾਵੇਗਾ ਜੀ। ਵਧੇ ਖਾਲਸਾ ਜਗਤ ਮੈਂ ਸਭ ਅਵਨੀ ਬਰਸਾਏ। ਖਾਲਸਾ ਫਿਰ ਧਰਤੀ ਤੇ ਬਹੁਤ ਵਧੇਗਾ ਤੇ ਸਾਰੀ ਧਰਤੀ ਤੇ ਛਾ ਜਾਵੇਗਾ ਜੀ। ਵਧੇ ਪੰਥ ਪਰ ਧਰਮ ਨੈ ਜਾਂ ਬਿਦ ਕਲ ਕਾ ਧਰਮ। ਤੇ ਨਾਲ ਕਹਿੰਦੇ ਕਲਯੁਗ ਦੇ ਵਿੱਚ ਹੋਰ ਪੰਥ ਵੀ ਵਧੇਰੇ ਵਧਣਗੇ।
ਪਰ ਉਹਨਾਂ ਵਿੱਚ ਧਰਮ ਭਾਵ ਨਹੀਂ ਹੋਵੇਗਾ ਜੀ। ਵਰਤੇ ਸਕਲ ਜਹਾਨ ਮੈਂ ਬਿਰਲਾ ਜਾਣੇ ਮਰਮ। ਸਾਰੇ ਜਹਾਨ ਵਿੱਚ ਵਰਤਾਵਾ ਹੋਵੇਗਾ, ਪਰ ਅਸਲ ਭੇਦ ਨੂੰ ਕੋਈ ਵਿਰਲਾ ਹੀ ਜਾਣੇਗਾ ਜੀ। ਕਰਤਾ ਹੁਕਮ ਹੋਏ ਹਮੈ ਤਬ ਕਲ ਜੋਰੇ ਹਾਥ। ਜਦ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਸੀ ਤਾਂ ਕਲਯੁਗ ਨੇ ਹੱਥ ਜੋੜੇ ਤੇ ਇਸ ਤਰ੍ਹਾਂ ਕਿਹਾ ਸੀ ਜੀ। ਰਾਜ ਤੁਮਾਰੋ ਬੇਰ ਹਮੇ ਪੰਥ ਕੇ ਸਾਥ। ਆਖਿਆ ਕਿ ਖਾਲਸੇ ਦਾ ਰਾਜ ਮੇਰੇ ਸਮੇਂ ਵਿੱਚ ਹੈ, ਕਲਯੁਗ ਦੇ ਸਮੇਂ ਵਿੱਚ। ਕਲਯੁਗ ਨੂੰ ਸਾਰੇ ਯੁੱਗਾਂ ਦੇ ਵਿੱਚੋਂ ਉੱਤਮ ਮੰਨਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਕਲਯੁਗ ਜਿਹੜਾ ਹੈ ਸਾਰੇ ਯੁੱਗਾਂ ਵਿੱਚੋਂ ਉੱਤਮ ਹੈ। ਇਹ ਕਵੀ ਜੀ ਅੱਗੇ ਸਾਰੇ ਯੁੱਗਾਂ ਦਾ ਹਵਾਲਾ ਦੇ ਕੇ ਫਿਰ ਦੱਸਣਗੇ। ਕਹਿੰਦੇ ਖਾਲਸੇ ਦਾ ਰਾਜ ਮੇਰੇ ਰਾਜ ਵਿੱਚ, ਮੇਰੇ ਸਮੇਂ ਵਿੱਚ ਹੈ, ਇਸ ਕਰਕੇ ਮੈਨੂੰ ਵੀ ਪੰਥ ਦੇ ਨਾਲ ਰੱਖੋ ਜੀ। ਜਗਨਨਾਥ ਦੇ ਠੌਰ ਮੋਹੇ ਦਵਾਰਕਾ ਮੈਂ ਰਨ ਛੋਰ। ਜਿਵੇਂ ਜਗਨਨਾਥ ਪੁਰੀ ਦੇ ਵਿੱਚ ਜਗਨਨਾਥ ਨੇ, ਕ੍ਰਿਸ਼ਨ ਭਗਵਾਨ ਨੇ ਦਵਾਰਕਾ ਦੇ ਵਿੱਚ ਜੀ। ਕਾਸ਼ੀ ਬਿਸਵਾਨਾਥ ਮੈਂ ਗੁਰ ਮੈਂ ਧਰਮ ਨਿਵੋਰ। ਕਾਂਸ਼ੀ ਦੇ ਵਿੱਚ ਵਿਸ਼ਵੇਸ਼ਵਰ ਨੇ ਤੇ ਕੁਰੂਕਸ਼ੇਤਰ ਦੇ ਵਿੱਚ ਧਰਮ ਵਾਲਿਆਂ ਨੇ ਮੈਨੂੰ ਠੌਰ ਜਗ੍ਹਾ ਦਿੱਤੀ ਸੀ ਜੀ। ਤੈਸੇ ਤੁਮ ਮਮ ਰਾਖਿਓ ਸਕਲ ਕਰੇ ਗੋ ਰਾਜ। ਉਸ ਤਰ੍ਹਾਂ ਤੁਸੀਂ ਵੀ ਮੈਨੂੰ ਨਾਲ ਨਾਲ ਰੱਖੋ, ਮੈਂ ਤੁਹਾਡੇ ਸਾਰੇ ਕਾਰਜ ਕਰਾਂਗਾ ਜੀ। ਸਗਲ ਲੋਕ ਮੈਂ ਜਾਣਿਓ ਮੋਰ ਤੁਮਾਰੋ ਰਾਜ। ਸਾਰੇ ਲੋਕਾਂ ਵਿੱਚ ਇਹ ਜਾਣਿਆ ਜਾਵੇ ਕਿ ਮੇਰਾ ਤੁਹਾਡਾ ਰਾਜ ਇਕੱਠਾ ਹੋ ਰਿਹਾ ਹੈ ਜੀ। तब हम ऐसे कहो तह तुमको करनी सिद्ध। ਤਾਂ ਅਸੀਂ ਇਸ ਪ੍ਰਕਾਰ ਕਿਹਾ ਵੀ ਤੇਰੇ ਸਮੇਂ ਵਿੱਚ ਕਿਸ ਕਰਨੀ ਨਾਲ ਫਲ ਦੀ ਪ੍ਰਾਪਤੀ ਹੋਵੇਗੀ ਜੀ। बोला करनी नह को करो नाम की वृंदा। ਤੇ ਕਲਯੁਗ ਅੱਗੋਂ ਕਹਿਣ ਲੱਗਾ ਵੀ ਕੋਈ ਕਰਨੀ ਨਹੀਂ ਕਰਨੀ ਹੋਵੇਗੀ, ਨਾਮ ਦਾ ਧਰਮ ਚਲਾਵਾਂਗਾ ਤੇ ਇਸ ਦਾ ਵਾਅਦਾ ਕਰਾਂਗਾ ਜੀ। कले करावो बाप सुत नार पुरख को जुद। ਮੈਂ ਆਪਣੇ ਸਮੇਂ ਦੇ ਵਿੱਚ ਪਿਓ ਪੁੱਤਰ ਦੇ ਵਿੱਚ ਕਲੇਸ਼ ਖੜਾ ਕਰਾਂਗਾ, ਝਗੜਾ ਖੜਾ ਕਰਾਂਗਾ, ਇਸਤਰੀ ਦਾ ਯੁੱਧ ਕਰਵਾਵਾਂਗਾ। ਇਸ ਤਰ੍ਹਾਂ ਕਲਯੁਗ ਕਹਿੰਦਾ ਜੀ। बहन माए को छोड़ के पाले ग्रहण सुध। ਮਾਂ ਭੈਣ ਨੂੰ ਛੱਡ ਕੇ ਕਲਯੁਗ ਦੇ ਜੀਵ ਕੇਵਲ ਆਪਣੀ ਘਰ ਵਾਲੀ ਦਾ ਸਾਥ ਦੇਣਗੇ ਜੀ। वेद बेच दे वेद तर भूम बेचते सतर। ਜਿਹੜੀ ਇਸਤਰੀ ਕਹਿੰਦੇ ਪੁੱਤਰ ਪੈਦਾ ਕਰੇਗੀ, ਪੁੱਤਰ ਜਾਣੈ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ। ਜਿਹੜੀ ਇਸਤਰੀ ਪੁੱਤਰ ਪੈਦਾ ਕਰੇਗੀ ਉਹ ਚੰਗੀ ਸਮਝੀ ਜਾਵੇਗੀ ਤੇ ਕੰਨਿਆ ਜੰਮਣ ਵਾਲੀ ਇਸਤਰੀ ਨੂੰ ਤਿਆਗ ਦੇਣਗੇ। ਸੁਤ ਸਮਝਾਵੇ ਬਾਪ ਕੋ ਨਹੁੰ ਕੈ ਸਾਸੂ ਕੂਰ। ਜਿਹੜਾ ਪੁੱਤਰ ਪਿਓ ਨੂੰ ਸਮਝਾਵੇਗਾ, ਇਹ ਕਲਯੁਗ ਕਹਿੰਦਾ ਮੇਰੇ ਸਮੇਂ ਵਿੱਚ ਇਦਾਂ ਹੋਵੇਗਾ। ਨੌ ਸੱਸ ਨੂੰ ਝੂਠੀ ਕਹੇਗੀ ਜੀ। सिख उपदेश गुरु को अन अपवाद खाए। ਸਿੱਖ ਗੁਰੂ ਨੂੰ ਉਪਦੇਸ਼ ਦੇਣਗੇ ਤੇ ਅਪਵਿੱਤਰ ਅਨਾਜ ਖਾਣਗੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਵੀ ਕਲਯੁਗ ਨੇ ਆਪਣੇ ਸਮੇਂ ਦੇ ਬਾਰੇ ਦੱਸਿਆ
ਕਿ ਜਿਹੜੇ ਲੋਕ ਹੋਣਗੇ ਕੰਮਾਂ ਤੋਂ ਬਿਨਾਂ ਬੇਰੁਜ਼ਗਾਰ, ਭੁੱਖੇ ਮਰਤੇ ਕਾਮ ਬਿਨ ਭਗਵਾ ਕਰਕੇ ਭੇਖ, ਉਹ ਭਗਵੇ ਕੱਪੜੇ ਪਾ ਕੇ ਸਾਧੂ ਬਣ ਜਾਣਗੇ। ਜਟਾਂ ਬੰਦ ਕਰਤੇ ਸੁਰ ਮ੍ਰਿਗਸ਼ਾਲਾ ਪ੍ਰਵੇਕ, ਕਹਿੰਦੇ ਮ੍ਰਿਗਸ਼ਾਲਾ ਪਹਿਨ ਕੇ ਉਹ ਵਿਸ਼ੇ ਵਿਕਾਰਾਂ ਵਿੱਚ ਫਸਣਗੇ ਤੇ ਲੋਕਾਂ ਨੂੰ ਉਪਦੇਸ਼ ਦੇਣਗੇ ਜੀ। ਲੋਕਨ ਕੋ ਐਸੇ ਕਹੈ ਸੰਤ ਸੰਗ ਹਵੈ ਭਾਗ। ਜਿੱਦਾਂ ਕਬੀਰ ਜੀ ਵੀ ਨੇ ਕਹਿ ਦਿੱਤਾ ਐਸਿਆਂ ਨੂੰ ਦੇਖ ਕੇ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹਾਥਨ ਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਕੱਲੇ ਬਨਾਰਸੀ ਚ ਨਹੀਂ, ਹਰ ਇੱਕ ਥਾਂ ਦੇ ਉੱਤੇ ਤੁਹਾਨੂੰ ਐਸੇ ਲੋਕ ਮਿਲ ਜਾਣਗੇ ਜਿਹੜੇ ਕੇਵਲ ਭੇਖ ਬਣਾ ਕੇ ਬੈਠੇ ਨੇ, ਜਿਨ੍ਹਾਂ ਦੇ ਪੱਲੇ ਕਰਨੀ ਨਹੀਂ ਹੈ, ਕੇਵਲ ਕਥਨੀ ਹੈ, ਮੂੰਹ ਨਾਲ ਗੱਲਾਂ ਕਰਨੀਆਂ ਜਾਣਦੇ ਨੇ, ਪਰ ਜਿਹੜੀ ਕਥਨੀ ਹੈ ਜੇ ਕਰਨੀ ਦੇ ਨਾਲ ਤੋਲਿਆ ਜਾਵੇ ਤੇ ਕੁਝ ਵੀ ਨਹੀਂ ਹੈ। ਇੱਕ ਵਾਰੀ ਰਾਸ ਧਾਰੀਏ ਜਾ ਰਹੇ ਸਨ, ਉਹ ਨਾਲ ਰਾਸ ਧਾਰੀਏ ਜਿਹੜੇ ਉਹ ਸਾਜ਼ ਵਜਾਉਂਦੇ ਨੇ ਤੇ ਨਾਲ ਨੱਚਦੇ ਨੇ, ਤੇ ਉਹਨਾਂ ਦੇ ਨਾਲ ਜਿਹੜਾ ਤਬਲਾ ਵਜਾਉਣ ਵਾਲਾ ਸੀ ਨਾ, ਉਹ ਨਹੀਂ ਸੀ। ਰਸਤੇ ਵਿੱਚੋਂ ਦੀ ਲੰਘਦੇ ਜਾਂਦੇ ਸਨ ਤੇ ਗੱਲਾਂ ਕਰਦੇ ਜਾਂਦੇ ਸਨ ਕਿ ਹੁਣ ਤਬਲੇ ਵਾਲੇ ਦਾ ਪ੍ਰਬੰਧ ਕਰਨਾ ਹੈ। ਤੇ ਇੱਕ ਮਨੁੱਖ ਜਿਹੜਾ ਰਸਤੇ ਵਿੱਚ ਖੜਾ ਸੀ, ਉਹਦੇ ਕੰਨਾਂ 'ਚ ਬੋਲ ਪਏ। ਉਹ ਕਹਿੰਦਾ ਵੀ ਤਬਲਾ ਜਿਹੜਾ ਵਾ ਉਹਨੂੰ ਸੁਣ ਕੇ ਜਿਹੜਾ ਹਾਰਮੋਨੀਅਮ ਵਜਾਉਣ ਵਾਲਾ ਹੈ ਉਹਦਾ ਮਨ ਖੁਸ਼ ਹੋ ਜਾਣਾ ਚਾਹੀਦਾ, ਬਿਲਕੁਲ ਨਾਲ ਲੈ ਮਿਲਣੀ ਚਾਹੀਦੀ ਹੈ, ਸੁਰ ਤਾਲ ਪੱਕਾ ਹੋਣਾ ਚਾਹੀਦਾ ਹੈ। ਲੱਗਾ ਹੋਇਆ ਆਟਾ ਧਾਮੇ ਤੋਂ ਉੱਡ ਜਾਵੇ ਤੇ ਫਿਰ ਤਬਲ ਜੀ ਕਾਹਦਾ ਹੋਇਆ। ਉਹਨਾਂ ਆਖਿਆ ਵੀ ਲੱਗਦਾ ਹੈ ਇਹ ਤਬਲੇ ਦਾ ਮਾਹਿਰ ਹੈ। ਉਹ ਨਾਲ ਲੈ ਗਏ, ਸਟੇਜ ਦੇ ਉੱਤੇ ਬਿਠਾ ਦਿੱਤਾ, ਤਬਲਾ ਅੱਗੇ ਰੱਖ ਦਿੱਤਾ, ਸ਼ੁਰੂ ਕਰਨ ਲੱਗੇ। ਕਹਿੰਦੇ ਵੀ ਤਬਲਾ ਵਜਾਓ। ਉਹ ਕਹਿੰਦਾ ਮੈਨੂੰ ਤਬਲਾ ਵਜਾਉਣਾ ਨਹੀਂ ਆਉਂਦਾ। ਉਹ ਕਹਿੰਦਾ ਤੂੰ ਤਾਂ ਬੜੀਆਂ ਗੱਲਾਂ ਦੱਸ ਰਿਹਾ ਸੀ। ਕਹਿੰਦੇ ਕੇਵਲ ਗੱਲਾਂ ਕਰਨੀਆਂ ਆਉਂਦੀਆਂ, ਕਥਨੀ ਪੱਲੇ ਹੈ, ਕਰਨੀ ਨਹੀਂ ਹੈਗੀ। ਤੇ ਧਾਰਮਿਕ ਦੁਨੀਆ ਦੇ ਵਿੱਚ ਲਿਬਾਸ ਪਾ ਕੇ ਜਿਹੜੇ ਭੇਖ ਬਣਾ ਕੇ ਬੈਠੇ ਨੇ, ਉਹਨਾਂ ਦੀ ਗਿਣਤੀ ਬਹੁਤ ਹੈ। ਉਹ ਲੋਕਾਂ ਨੂੰ ਮਤਾਂ ਦਿੰਦੇ ਨੇ, ਲੋਕਣ ਕੋ ਐਸੇ ਕਹੇ ਸੰਤ ਸੰਗ ਹਵੈ ਭਾਗ। ਕਹਿੰਦੇ ਲੋਕਾਂ ਨੂੰ ਕਹਿਣਗੇ ਵੀ ਸੰਤ ਸੰਗ ਭਾਗਾਂ ਦੇ ਨਾਲ ਮਿਲਦਾ ਹੈ ਜੀ। ਆਪ ਨਰਕ ਅਵਰਨ ਨਰਕ ਕਰਨੀ ਬਨੇ ਲਲਾਗ। ਇਹ ਗੱਲ ਵਾਕਿਆ ਠੀਕ ਹੈ ਕਿ ਸੰਤ ਸੰਗ ਜਿਹੜਾ ਉਹ ਵੱਡੇ ਭਾਗਾਂ ਨਾਲ ਮਿਲਦਾ ਹੈ। ਗੁਰਬਾਣੀ ਕਹਿੰਦੀ ਹੈ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਪਰ ਹੋਵੇ ਪੂਰਾ ਸੰਤ, ਉਹਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਤੇ ਜਿਹੜੇ ਭੇਖ ਬਣਾ ਕੇ ਬੈਠੇ ਨੇ, ਕਈ ਵਾਰ ਬਹੁ ਗਿਣਤੀ ਵਿੱਚ ਲੋਕ ਉਹਨਾਂ ਦੀ ਸੰਗਤ ਵਿੱਚ ਹੀ ਬੈਠਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਉਹ ਆਪ ਨਰਕ ਅਵਰਨ ਨਰਕ, ਕਹਿੰਦੇ ਉਹ ਆਪ ਨਰਕਾਂ ਨੂੰ ਜਾਣਗੇ ਤੇ ਦੂਜਿਆਂ ਨੂੰ ਨਰਕਾਂ ਦੇ ਵਿੱਚ ਭੇਜਣਗੇ। ਪਰ ਕਹਿੰਦੇ ਕਰਨੀ ਬਣੇ ਨਾ ਲਾਗ, ਸ਼ੁਭ ਕਰਨੀ ਨਾਲ ਨਰਕਾਂ ਨੂੰ ਨਹੀਂ ਜਾਈਦਾ। ਕਹਿੰਦੇ ਨਰਕਾਂ ਨੂੰ ਲੱਗਣਾ ਨਹੀਂ ਬਣੇਗਾ, ਸ਼ੁਭ ਕਰਮੀ ਹੋਵੇਗੀ। ਭਾਵ ਨਰਕਾਂ ਨੂੰ ਛੂਹਣਗੇ ਵੀ ਨਹੀਂ ਜਿਨ੍ਹਾਂ ਦੇ ਸ਼ੁਭ ਕਰਮ ਹਨ। ਜਿਨ੍ਹਾਂ ਨੇ ਮੰਦੇ ਕਰਮ ਕੀਤੇ ਉਹਨਾਂ ਨੂੰ ਨਰਕਾਂ ਤੋਂ ਕੋਈ ਬਚਾ ਨਹੀਂ ਸਕਦਾ। ਲੋਕਣ ਕੋ ਵੰਚਨ ਕਰੈ ਕਥੇ ਗਿਆਨ ਕੀ ਬਾਤ। ਜਿਹੜੇ ਭੇਖ ਧਾਰ ਕੇ ਬੈਠਣਗੇ, ਲੋਕਾਂ ਦੇ ਨਾਲ ਬਚਨ ਗਿਆਨ ਦੀਆਂ ਗੱਲਾਂ ਕਰਨਗੇ ਜੀ।
ਸਿਰ ਤਨ ਲੋਚਨ ਜਲ ਸਰਵਤ ਕਪਟੀ ਅਦਕ ਸੁਹਾਤ। ਉਹ ਸਿਰ ਮਾਰਨਗੇ ਤੇ ਅਥਰੂ ਕਿਰਨਗੇ ਉਹਨਾਂ ਦੇ ਅੱਖਾਂ ਦੇ ਵਿੱਚੋਂ। ਕਪਟੀ ਜਿਹੜੇ ਨੇ ਜ਼ਿਆਦਾ ਸੁਹਾਵਣੇ ਲੱਗਣਗੇ ਜੀ। ਜਹਾਂ ਜਹਾਂ ਚਾਹਤ ਹੈ ਬਿਗਨ ਬੋ ਬਿਨਾ ਚਾਹ ਹੋਏ ਕਾਮ। ਜਿੱਥੇ ਸ਼ੁਭ ਕੰਮ ਦੀ ਇੱਛਾ ਹੋਵੇਗੀ ਨਾ, ਚੰਗੇ ਕਰਮ ਦੀ ਇੱਛਾ, ਉਥੇ ਬਹੁਤ ਵਿਘਨ ਪੈਣਗੇ। ਤੇ ਚਾਹ ਤੋਂ ਬਗੈਰ ਵਾਲੇ ਜਿਹੜੇ ਕੰਮ ਹੋਣਗੇ, ਜਿਨ੍ਹਾਂ ਦੀ ਕੋਈ ਇੱਛਾ ਹੀ ਨਹੀਂ ਹੋਏਗੀ, ਉਹ ਕੰਮ ਹੋਣਗੇ ਜੀ। ਮਿੱਤਰ ਕਰੇ ਅਤ ਸੁਤਰਤਾ ਸੁਤਰ ਮੀਤ ਕਾ ਕਾਮ। ਮਿੱਤਰ ਬਹੁਤ ਵੈਰ ਕਮਾਉਣਗੇ, ਮਿੱਤਰ ਮਿੱਤਰ ਨੂੰ ਧੋਖਾ ਦੇਣਗੇ ਤੇ ਵੈਰੀ ਮਿੱਤਰ ਦਾ ਕੰਮ ਕਰਨਗੇ ਜੀ। ਸੁਨ ਬੋਲੇ ਕੌਤਕ ਭਲੇ ਤੂੰ ਤਾਂ ਨਟ ਜਿਉ ਪੰਥ। ਸਤਿਗੁਰੂ ਜੀ ਕਹਿੰਦੇ ਸੁਣ ਕੇ ਇਹ ਕਹਿਣਾ ਕੀਤਾ ਕਿ ਤੇਰੇ ਕਰਮ ਤਾਂ ਅਚਰਜ ਹਨ, ਤੂੰ ਤਾਂ ਇਸ ਤਰ੍ਹਾਂ ਗੱਲਾਂ ਕਰਦਾ ਏ ਜਿਵੇਂ ਨਟ ਪੰਥੀ ਹੁੰਦਾ ਹੈ ਜੀ। ਨਾਮਦਾਨ ਹੋਏ ਪੰਥ ਮੈਂ ਕਰੀਏ ਆਪਣੀ ਸੰਤ। ਸਾਡੇ ਪੰਥ ਵਿੱਚ ਤੇ ਨਾਮਦਾਨ ਹੋਵੇਗਾ, ਇਹ ਪ੍ਰਧਾਨ ਹੋਵੇਗਾ। ਜਿਹੜਾ ਸਾਡਾ ਰਸਤਾ ਹੈ, ਗੁਰੂ ਸਾਹਿਬ ਕਹਿਣ ਲੱਗੇ, ਉਹਦੇ ਵਿੱਚ ਨਾਮ ਨੂੰ, ਪ੍ਰਭੂ ਦੀ ਸਿਫਤ ਸਲਾਹ ਨੂੰ ਪ੍ਰਧਾਨਤਾ ਮਿਲੇਗੀ। ਫਿਰ ਸਾਡਾ ਮੇਲ ਕਿਵੇਂ ਬਣੇਗਾ ਜੀ। ਤਬ ਬੋਲੇ ਸਤਿਗੁਰ ਸਹੀ ਸੁਨੇ ਸੁਨਾਮ ਉਦਾਤ। ਭਾਈ ਰਾਮ ਕੋਇਰ ਜੀ ਕਹਿੰਦੇ ਤਾਂ ਸਤਿਗੁਰੂ ਜੀ ਬੋਲੇ ਸੱਚੀ ਗੱਲ ਸੁਣ, ਤੈਨੂੰ ਉੱਚੀ ਉਚਾਰ ਕੇ ਸੁਣਾਉਂਦੇ ਹਾਂ ਜੀ। ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ। ਕਿ ਸਾਡੇ ਭਗਤ ਸਾਡੇ ਨਾਲ ਜੁੜੇ ਰਹਿੰਦੇ ਹਨ। ਤੁਹਾਡੀ ਗੱਲ ਹੀ ਕੀ ਹੈ, ਭਾਵ ਤੁਹਾਡਾ ਕੋਈ ਥਾਂ ਨਹੀਂ। ਕਹਿ ਦਿੱਤਾ ਕਿ ਤੁਹਾਡਾ ਸਾਡਾ ਕੋਈ ਮੇਲ ਨਹੀਂ ਹੋਵੇਗਾ ਜੀ। ਕਲ ਜਗ ਬੋਲ ਸੁਨਾਇਓ ਸੁਨੇ ਹਮਾਰੀ ख्यात। ਕਾਲਯੁਗ ਬੋਲ ਸੁਨਾਇਓ ਸੁਣੋ ਹਮਾਰੀ ਖਿਆਤ। ਕਾਲਯੁਗ ਨੇ ਬੋਲ ਕੇ ਸੁਣਾਇਆ ਵੀ ਸਾਡੀ ਪ੍ਰਗਟਾਈ ਦੀ ਗੱਲ ਸੁਣੋ ਜੀ। ਕਥਾ ਸੁਨਾਵੋ ਆਦ ਕੀ ਮਤ ਕਰੀਏ ਵਿਖਿਆਤ। ਇਸ ਨੂੰ ਵਿਸ਼ੇਸ਼ ਕਰਕੇ ਤੁਸੀਂ ਸਰਵਣ ਕਰੋ, ਮੈਂ ਮੁੱਢਲੀ ਕਥਾ ਸੁਣਾਉਂਦਾ ਹਾਂ ਜੀ। ਕਲ ਨਾਮਾ ਗੁਰ ਬਖਸ਼ ਸਿੰਘ ਤੋ ਕੋ ਦੁਨੋ ਏਹ। ਭਾਈ ਰਾਮ ਕੋਇਰ ਜੀ ਦਾ ਦੂਜਾ ਨਾਮ ਭਾਈ ਗੁਰਬਖਸ਼ ਸਿੰਘ। ਕਹਿਣ ਲੱਗੇ ਕਿ ਗੁਰਬਖਸ਼ ਸਿੰਘ, ਅਸੀਂ ਇਹ ਕਾਲਨਾਮਾ ਤੈਨੂੰ ਦਿੱਤਾ ਹੈ ਜੀ। ਸਤਿਗੁਰ ਆਪ ਸੁਨਾਇਆ ਸਾਚ ਸੁਨਾਵੋ ਤੋਹੇ। ਕਹਿੰਦੇ ਸਤਿਗੁਰੂ ਜੀ ਨੇ ਮੈਨੂੰ ਕਹਿ ਕੇ ਸੁਣਾਇਆ ਸੀ ਤੇ ਉਹ ਹੁਣ ਮੈਂ ਸੱਚ ਸੱਚ ਸੁਣਾਉਂਦਾ ਹਾਂ ਜੀ। ਕਲ ਜੁਗ ਕਹਿਤਾ ਯਾਦ ਮੈਂ ਬ੍ਰਹਮਾ ਜਨਤਾ ਕੀਨਾ। ਇੱਕ ਐਸੀ ਕਹਾਵਤ ਮੰਨੀ ਜਾਂਦੀ ਹੈ ਕਿ ਬ੍ਰਹਮਾ ਨੇ ਸੰਸਾਰ ਦੀ ਰਚਨਾ ਕੀਤੀ। ਬ੍ਰਹਮਾ ਭਾਂਡੇ ਸਾਜਣ ਵਾਲਾ ਤੇ ਵਿਸ਼ਨੂੰ ਜਿਹੜਾ ਹੈ ਉਹ ਰਿਜ਼ਕ ਦੇਣ ਵਾਲਾ ਤੇ ਸ਼ਿਵ ਜੀ ਜਿਹੜਾ ਉਹ ਲੈ ਕਰਨ ਵਾਲਾ ਹੈ। ਪਰ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਵੀ ਹੁਕਮ ਦੇ ਬੱਧੇ ਹੋਏ ਨੇ। ਜਿਸ ਤਰ੍ਹਾਂ ਪ੍ਰਮਾਤਮਾ ਹੁਕਮ ਕਰਦਾ ਹੈ ਉੱਦਾਂ ਅੱਗੇ ਕਾਰ ਕਰਦੇ ਨੇ, ਇਹਨਾਂ ਦੇ ਵੱਸ ਵਿੱਚ ਵੀ ਕੋਈ ਨਹੀਂ। ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਵੀ ਕਲਯੁਗ ਨੇ ਆਖਿਆ ਵੀ ਜਦੋਂ ਸ਼ੁਰੂ ਤੋਂ ਜਗਤ ਬਣਿਆ ਤੇ ਸਾਡੀ ਵੀ ਉਤਪਤੀ ਹੋਈ ਤੇ ਅਸੀਂ ਸਾਰੇ ਆਖੀਏ ਕਿ ਅਸੀਂ ਵੱਡੇ ਹਾਂ, ਤੇ ਬ੍ਰਹਮਾ ਜੀ ਨੇ ਸਾਨੂੰ ਫਿਰ ਅਹੰਕਾਰੀ ਜਾਣਨਾ
ਕੀਤਾ ਜੀ। तब ब्रह्मा समझायो तुमरा न्याय समाज। ਉਸ ਵੇਲੇ ਸਮਝਾਉਣਾ ਕੀਤਾ ਕਿ ਜਿਹੜਾ ਤੁਹਾਡਾ ਰਾਜ ਸਮਾਜ ਹੋਵੇਗਾ ਤਦ ਨਿਆਂ ਕਰਨਾ ਕਿ ਤੁਸੀਂ ਕਿੰਨੇ ਕੁ ਵੱਡੇ ਹੋ, ਸਾਰਿਆਂ ਦਾ ਜਦੋਂ ਵਰਤਾਰਾ ਵਰਤੇਗਾ। ਇਹ ਕਹਿ ਕੇ ਬ੍ਰਹਮਾ ਚੁੱਪ ਕਰ ਗਿਆ, ਟਿਕ ਗਿਆ ਤੇ ਯੁਵਰਾਜ ਟਿੱਕੇ ਵੱਲ ਵੇਖਿਆ ਜੀ। एक खरा दुआ हुआ तीजा चौथा सुमन। ਫਿਰ ਇੱਕ ਖੜਾ ਹੋਇਆ, ਫਿਰ ਦੂਜਾ, ਤੀਜਾ ਤੇ ਚੌਥਾ। ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਕਹਿੰਦੇ ਵਾਰੀ ਵਾਰੀ ਜਦੋਂ ਖੜੇ ਹੋ ਗਏ, ਪ੍ਰਥਮ ਜਨਮ ਕੋ ਸੌਂਪ ਕਰ ਨੀਤ ਪੜ੍ਹਾਈ ਗੁਣ। ਪਹਿਲਾਂ ਜੋ ਖੜਾ ਹੋਇਆ ਸਤਿਯੁਗ, ਉਹਨੂੰ ਰਾਜ ਸੌਂਪ ਕੇ ਪੜ੍ਹਾਈ ਹੋਈ ਨੀਤੀ ਤੇ ਵਿਚਾਰ ਆਰੰਭ ਕੀਤੇ ਜੀ। विद भूजो कया वर्तनी पुत्र करेगा जाए। ਤੇ ਪੁੱਛਣਾ ਕੀਤਾ ਸਤਿਯੁਗ ਨੂੰ ਵੀ ਤੂੰ ਜਾ ਕੇ ਨਿਆਂ ਦਾ ਕੈਸਾ ਵਰਤਾਵਾ ਕਰੇਗਾ ਜੀ। सो इहा को मोहे टिक हुक्म राज में दाए। ਉਹ ਕੁਝ ਜੋ ਤੂੰ ਵਰਤਾਰਾ ਵਰਤਾਏਗਾ ਮੇਰੇ ਪਾਸ ਇੱਥੇ ਦੱਸਣਾ ਕਰੋ। ਜੋ ਹੁਕਮ ਤੂੰ ਰਾਜ ਵਿੱਚ ਦੇਵੇਂਗਾ ਜੀ। सत बोलियो तब पुरख ने देश देश देओ बाँट। ਤਾਂ ਸਤਿਯੁਗ ਨੇ ਆਖਿਆ ਵੀ ਜੇ ਕਿਸੇ ਦੇਸ਼ ਦੇ ਪੁਰਖ ਨੇ ਪਾਪ ਪੁੰਨ ਕੀਤਾ, ਉਸ ਦੇਸ਼ ਬਾਰੇ ਮੈਂ ਲਿਖ ਲਵਾਂਗਾ ਜੀ। जिसे देश ताका लिखो पाप पुण्य की साँट। ਤੇ ਉਹ ਜੋ ਪਾਪ ਪੁੰਨ ਦਾ ਬਦਲਾ ਹੈ ਮੈਂ ਉਸੇ ਹੀ ਦੇਸ਼ ਨੂੰ ਦੇਵਾਂਗਾ ਜੀ। तप सत अर मख अर्चना लोक कराऊं रोज। ਫਿਰ ਤਪੱਸਿਆ, ਸੱਚ, ਜਗ, ਪੂਜਾ ਚਾਰੇ ਧਰਮ ਦੇ ਕੰਮ ਰੋਜ਼ ਕਰਵਾਵਾਂਗਾ ਜੀ। ब्राह्मण ब्रह्म प्यानी ऊंचा बन बस जोग। ਜਿਹੜੇ ਬ੍ਰਾਹਮਣ ਉਹ ਬ੍ਰਹਮ ਪਰਾਇਣ ਹੋਣਗੇ। ਬ੍ਰਾਹਮਣ ਬ੍ਰਹਮ ਪਰਾਇਣੀ, ਉੱਚਾ ਬਨ ਬਸ ਜੋਜ, ਤੇ ਵਣਾ ਵਿੱਚ ਵਸ ਕੇ ਜੋਗ ਕਰਕੇ ਉੱਚੇ ਹੋਣਗੇ ਜੀ। बीज फलाऊं बेरसो उम्र लाख एक बरस। ਇੱਕ ਵਾਰ ਦਾ ਬੀਜਿਆ ਹੋਇਆ 100 ਵਾਰ ਫਲਾਵਾਂਗਾ ਤੇ ਉਮਰ ਜਿਹੜੀ ਉਹ ਲੱਖ ਵਰਿਆਂ ਦੀ ਹੋਵੇਗੀ ਜੀ। जोग बिकेलाऊं नरन सब गुण उपजे सरस। ਤੇ ਜੋਗ ਦੇ ਵਿੱਚ ਮੈਂ ਮਨੁੱਖਾਂ ਨੂੰ ਲਾਵਾਂਗਾ ਜਿਹਦੇ ਨਾਲ ਬਹੁਤ ਸ਼ੁਭ ਗੁਣ ਪ੍ਰਗਟ ਹੋਣਗੇ ਜੀ। शस्त्र धर्म सतरी करे पुण्य बिहारी बैस। ਖੱਤਰੀ ਸ਼ਾਸਤਰ ਧਰਮ ਅਪਣਾਉਣਗੇ, ਵੈਸ਼ ਧਰਮ ਦਾ ਵਿਹਾਰ ਕਰਨਗੇ ਜੀ। तीन वेद तीनों वर्ण सबन लिखाऊं ऐसा। ਤਿੰਨ ਜਿਹੜੇ ਵਰਨ ਹਨ ਉਹਨਾਂ ਨੂੰ ਤਿੰਨ ਵੇਦਾਂ ਦੇ ਧਰਮ ਇਸ ਤਰ੍ਹਾਂ ਸਮਝਾ ਦੇਵਾਂ। दूजा बोलियो पिताजी शस्त्र धर्म मोए खूब। ਫਿਰ ਤ੍ਰੇਤੇ ਦੀ ਵਾਰੀ ਆਈ ਤੇ ਆਖਿਆ ਪਿਤਾ ਜੀ ਮੇਰੇ ਸਮੇਂ ਵਿੱਚ ਸ਼ਾਸਤਰ ਧਰਮ ਚੰਗਾ ਹੋਵੇਗਾ ਜੀ। सबे चलाऊ रीत में देवो सेवा हूत। ਤੇ ਸਾਰਿਆਂ ਨੂੰ ਮੈਂ ਮਰਿਆਦਾ ਵਿੱਚ ਚਲਾਵਾਂਗਾ, ਸੇਵਾ ਵਿੱਚ ਭਾਵਨਾ ਲਾ ਦਿਆਂਗਾ ਜੀ। यज्ञ कराऊं अर्थ सांझ पाप मिटाऊं लोग। ਧਨ ਇਕੱਠਾ ਕਰਕੇ ਜਗ ਕਰਵਾਵਾਂਗਾ, ਲੋਕਾਂ ਦੇ ਪਾਪਾਂ ਨੂੰ ਮਿਟਾਵਾਂਗਾ ਜੀ। सुरग लोक लग कर मही दस बोही ले भोग।
ਸੁਰਗ ਲੋਕ ਤੱਕ ਪਹੁੰਚਣ ਵਾਸਤੇ ਸ਼ੁਭ ਕਰਮ ਹੀ ਕਰਨਗੇ। ਇੱਕ ਵਾਰ ਦਾ ਬੀਜਿਆ 10 ਵਾਰ ਲੈ ਕੇ ਭੋਗਣਗੇ ਜੀ। ਦਾਸ ਹੰਸਰ ਜੀਵੇ ਸਕਲ ਪਾਪ ਡਰਨ ਸਭ ਆਹੇ। 10,000 ਵਰਸ਼ ਸਾਰੇ ਜੀਵ ਜੀਵਿਆ ਕਰਨਗੇ, ਪਾਪਾਂ ਤੋਂ ਸਾਰੇ ਡਰਨਗੇ, ਪਾਪਾਂ ਤੋਂ ਦੂਰ ਰਹਿਣਗੇ ਜੀ। ਵੱਡੇ ਪ੍ਰਾਤ ਤੇ ਊਨ 10 ਧਰਮ ਚਲਾਉ ਰਾਹ। ਹੁਣ ਤ੍ਰੇਤੇ ਨੇ ਸਤਿਯੁਗ ਤੋਂ 10 ਹਿੱਸੇ ਘੱਟ ਧਰਮ ਦਾ ਰਾਹ ਚਲਾਉਣਾ ਦੱਸਿਆ ਜੀ। ਚੁੱਪ ਹੋਏ ਤੀਜਾ ਕਹੈ ਅਰਚਾ ਕਰ ਕੀ ਵੰਡ। ਫਿਰ ਦੁਆਪਰ ਜਿਹੜਾ ਸੀ ਉਹ ਬੋਲਿਆ ਵੀ ਮੈਂ ਘਰ ਘਰ ਵਿੱਚ ਪੂਜਾ ਵੰਡ ਦੇਵਾਂਗਾ, ਤੇ ਜਿਹੜੀ ਉਮਰ ਉਹਦੇ ਬਾਰੇ ਦੱਸਣਾ ਕੀਤਾ ਜੀ। ਸਹੰਸਰ ਜੀਵਨਾ 4 ਬੀਜ ਅਰਧ ਪੁੰਨ ਅਗ ਖੰਡ। ਕਹਿੰਦੇ 1000 ਵਰੇ ਦੀ ਉਮਰ ਹੋਵੇਗੀ, ਇੱਕ ਵਾਰ ਦਾ ਬੀਜਿਆ 4 ਵਾਰ ਫਲੇਗਾ। ਅੱਧਾ ਪੁੰਨ ਤੇ ਅੱਧਾ ਪਾਪ ਦਾ ਹਿੱਸਾ ਰਹਿ ਜਾਵੇਗਾ ਜੀ। ਅਦਕ ਬਿਪਰ ਅਰ 70 ਕੀ ਵਣਜ ਕਰੇ ਜਨ ਆਪ। ਬਹੁਤ ਬ੍ਰਾਹਮਣ ਤੇ ਖੱਤਰੀ ਉਹ ਲੋਭ ਵਸ ਹੋ ਕੇ ਵਪਾਰ ਕਰਨ ਲੱਗ ਪੈਣਗੇ ਜੀ। ਰਾਜਾ ਕੋ ਗੁਰ ਮਾਨ ਕੈ ਨਿਆਏ ਕਰਾਵੇ ਆਪ। ਤੇ ਫਿਰ ਆਖਿਆ ਕਿ ਰਾਜੇ ਨੂੰ ਵੱਡਾ ਮੰਨ ਕੇ ਉਹਦੇ ਪਾਸੋਂ ਨਿਆਂ ਕਰਾਉਣਗੇ। ਘਰ ਵਿੱਚ ਫੈਸਲਾ ਨਹੀਂ ਨਜਿੱਠਿਆ ਜਾਵੇਗਾ ਜੀ। ਚੁੱਪ ਹੁਆ ਜਪ ਚਤੁਰਤਾ ਬ੍ਰਹਮਾ ਕਹਿ ਤੂੰ ਬੋਲ। ਜਦ ਦੁਆਪਰ ਸਮੇਂ ਨੇ ਇਹ ਗੱਲ ਕਹੀ ਤੇ ਫਿਰ ਕਲਯੁਗ ਜੋ ਹੈ ਉਸ ਨੇ ਆਖਿਆ, ਉਸ ਨੂੰ ਬ੍ਰਹਮਾ ਨੇ ਆਖਿਆ ਵੀ ਹੁਣ ਤੂੰ ਬੋਲਣਾ ਕਰੋ ਜੀ। ਤਬ ਹਮ ਕਰ ਜੋਰੇ ਨਮਰ ਆਦਿਸ ਤੁਮਰੀ ਕੋਲ। ਉਸ ਵੇਲੇ ਕਲਯੁਗ ਕਹਿੰਦਾ ਵੀ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਨੂੰ ਮੇਰੀ ਨਮਸਕਾਰ ਹੋਵੇ ਜੀ। ਹਸ ਕਰ ਬ੍ਰਹਮਾ ਬੋਲਿਓ ਪੁੱਤਰ ਪਿਸਾਰੀ ਮੋਰ। ਹੱਸ ਕੇ ਬ੍ਰਹਮਾ ਨੇ ਕਿਹਾ ਕਿ ਤੂੰ ਮੇਰਾ ਪਿਛਲਾ ਪੁੱਤਰ ਹੈ, ਭਾਵ ਤੂੰ ਬਾਅਦ ਵਿੱਚ ਆਇਆ ਤਿੰਨਾਂ ਤੋਂ, ਤੇ ਜੋ ਤੇਰੀ ਇੱਛਾ ਹੈ ਉਹ ਮੈਨੂੰ ਦੱਸਣਾ ਕਰੋ ਜੀ। ਤੇਰੀ ਇੱਛਾ ਹੋਏ ਜੋ ਸੋ ਮੇਰੇ ਮਨ ਲੋੜ। ਕਿਉਂਕਿ ਜੋ ਤੁਹਾਡੀ ਇੱਛਾ ਹੈ ਉਹ ਮੈਂ ਸੁਣਨੀ ਚਾਹੁੰਦਾ ਹਾਂ ਜੀ। ਕੁਛ ਤੋ ਹੈ ਕਹਿਣੇ ਲਗਾ ਜਨ ਕਰ ਪੁਨਰ ਪਾਪ। ਕੁਝ ਸੰਕੋਚ ਕਰਦਾ ਹੋਇਆ ਕਹਿਣ ਲੱਗਾ ਪਾਪ ਤੇ ਪੁੰਨ ਜਿਹੜਾ ਵੀ ਆਪਣੇ ਘਰ ਕਰੇਗਾ ਜੀ। ਬੈ ਸੋ ਬਰਕ ਦੋ ਬੀਜ ਲੈ ਕਰੇ ਸੋ ਭੋਗੇ ਆਪ। ਉਹ ਆਪਣੇ ਸਰੀਰ ਉੱਪਰ ਹੀ ਕਰੇਗਾ ਤੇ ਆਪ ਹੀ ਫਲ ਭੋਗੇਗਾ। ਉਮਰ ਜਿਹੜੀ ਉਹ 100 ਵਰੇ ਦੀ ਹੋਵੇਗੀ। ਜੋ ਬੀਜੇਗਾ ਉਹਦਾ ਦੂਣਾ ਫਲ ਮਿਲੇਗਾ ਜੀ। ਬਹੁਤ ਪੁੱਤਰ ਬਹੁ ਬਾਸਨਾ ਇਸਿਆਸ ਸਾਰ। ਵਿਸ਼ੇ ਵਾਸ਼ਨਾ ਬਹੁਤ ਵੱਧ ਜਾਵੇਗੀ, ਪੁੱਤਰ ਬਹੁਤ ਹੋਣਗੇ, ਸਿੱਖਿਆ ਦਾ ਸਾਰ ਇੱਛਾ ਹੋਵੇਗੀ ਜੀ। ਸੂਦਰ ਰਾਜ ਘਰ ਹੈ ਅਨਬੇਦ ਜਾਪ ਹਰ ਤਾਰ। ਜਿਨ੍ਹਾਂ ਨੂੰ ਨੀਵੇਂ ਕਹਿੰਦੇ ਹਨ ਉਹਨਾਂ ਦੇ ਘਰ ਰਾਜ ਹੋਵੇਗਾ। ਸ਼ੂਦਰ ਨੂੰ ਬਹੁਤ ਨੀਵਾਂ ਗਿਣਿਆ ਜਾਂਦਾ ਸੀ। ਬ੍ਰਾਹਮਣ ਸ਼ੂਦਰ ਨੂੰ ਨੀਵਾਂ ਗਿਣਦਾ ਸੀ। ਇਹ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰਿਆਂ ਨੂੰ ਆਪਣੇ ਨਾਲ ਲਾਇਆ। ਆਖਿਆ ਕੋਈ ਵੀ ਮਾੜਾ ਨਹੀਂ ਹੈ, ਸਾਰੇ ਰੱਬ ਦੇ ਬਣਾਏ ਬੰਦੇ ਇੱਕੋ ਜਿਹੇ ਹਨ। ਤੇ ਉਹ ਗੱਲ ਇੱਥੇ ਦੱਸ ਰਹੇ ਨੇ ਵੀ ਸ਼ੂਦਰਾਂ ਦੇ ਘਰ ਰਾਜ ਹੋਵੇਗਾ। ਜਿਨ੍ਹਾਂ ਨੂੰ ਨੀਵੇਂ ਕਹਿੰਦੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜੇ ਬਣਾਇਆ। ਆਖਿਆ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ।
ਨੀਵੇਂ ਲੋਕ ਜਿਹੜੇ ਨੇ ਉਹ ਰਾਜ ਕਰਨਗੇ, ਹਰੀ ਦਾ ਜਾਪ ਧਾਰਨ ਕਰਨਗੇ ਜੀ। ਭਗਤ ਕਰੇ ਪਾਪੀ ਤਰੈ, ਨਰ ਨਾਰੀ ਦਿਜ ਸੂਦ। ਪਹਿਲਾਂ ਤੇ ਕਿਸੇ ਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਹੀ ਹੱਕ ਨਹੀਂ ਸੀ ਸ਼ੂਦਰ ਨੂੰ। ਜੇ ਕੋਈ ਪੜ੍ਹ ਰਿਹਾ ਹੈ ਤੇ ਉਧਰ ਬ੍ਰਾਹਮਣ ਦੇ ਬੱਚੇ ਨੂੰ ਬੁਖਾਰ ਚੜ੍ਹਿਆ, ਬੁਖਾਰ ਚੜ੍ਹਨ ਦੇ ਨਾਲ ਉਹਦੀ ਮੌਤ ਹੋ ਗਈ ਤੇ ਇਲਜ਼ਾਮ ਲਾਇਆ ਗਿਆ ਵੀ ਇੱਕ ਸ਼ੂਦਰ ਜਿਹੜਾ ਹੈ ਉਹ ਮੰਤਰ ਪੜ੍ਹ ਰਿਹਾ ਹੈ, ਇਸ ਵਾਸਤੇ ਬ੍ਰਾਹਮਣ ਦਾ ਪੁੱਤਰ ਮਰ ਗਿਆ ਤੇ ਉਸ ਵਿਚਾਰੇ ਸ਼ੂਦਰ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਹੋ ਜਿਹੇ ਉਸ ਵੇਲੇ ਵਰਤਾਰੇ ਸਨ। ਕਹਿੰਦੇ ਭਗਤ ਕਰੈ ਪਾਪੀ ਤਰੈ, ਸ਼ੂਦਰ ਰਾਜ ਘਰ ਹੀਰਨ ਬੇਦ ਜਾਪ ਹਰ ਧਾਰ। ਭਗਤ ਕਰੈ ਪਾਪੀ ਤਰੈ, ਨਰ ਨਾਰੀ ਦਿਜ ਸੂਦ। ਮੇਰੇ ਰਾਜ ਵਿੱਚ ਜੋ ਭਗਤੀ ਕਰੇਗਾ ਉਹ ਤਰੇਗਾ, ਚਾਹੇ ਉਹ ਪਾਪੀ ਹੋਵੇ, ਉਹ ਕੋਈ ਪੁਰਸ਼ ਹੋਵੇ ਜਾਂ ਇਸਤਰੀ ਹੋਵੇ, ਕੋਈ ਹੋਵੇ, ਚਾਹੇ ਬ੍ਰਾਹਮਣ ਹੋਵੇ, ਦਿਜ ਕਹਿੰਦੇ ਬ੍ਰਾਹਮਣ ਨੂੰ, ਸੂਦ ਕਹਿੰਦੇ ਸ਼ੂਦਰ ਨੂੰ, ਚਾਹੇ ਸ਼ੂਦਰ ਹੋਵੇ, ਚਾਹੇ ਬ੍ਰਾਹਮਣ ਹੋਵੇ, ਚਾਹੇ ਇਸਤਰੀ ਹੋਵੇ, ਚਾਹੇ ਪੁਰਸ਼ ਹੋਵੇ, ਕੋਈ ਪਾਪੀ ਵੀ ਜੇ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਏਗਾ, ਉਹਦੇ ਪਾਪ ਵੀ ਨਾਸ ਹੋ ਜਾਣਗੇ, ਉਹ ਵੀ ਤਰ ਜਾਵੇਗਾ ਜੀ। ਨੀਚ ਬਾਲ ਜਵਾਨੀ ਤੁਰਕ, ਸ਼ੰਕਰ ਆਸਮ ਕੂਦ। ਕਹਿੰਦੇ ਚਾਹੇ ਕੋਈ ਨੀਵੀਂ ਜਾਤ ਵਾਲਾ ਹੋਵੇ, ਜਿਨ੍ਹਾਂ ਨੂੰ ਬ੍ਰਾਹਮਣ ਲੋਕ ਨੀਵੀਂ ਜਾਤ ਵਾਲੇ ਸਮਝਦੇ ਸਨ, ਚਾਹੇ ਜਵਾਨ ਹੋਵੇ, ਚਾਹੇ ਤੁਰਕ ਹੋਵੇ, ਸ਼ੰਕਰ ਵਰਨੀ ਹੋਵੇ, ਚਾਹੇ ਅਨ ਧਰਮੀ ਹੋਰ ਕਿਸੇ ਧਰਮ ਦਾ ਹੋਵੇ, ਜਿਹੜਾ ਵੀ ਪ੍ਰਭੂ ਦੀ ਭਗਤੀ ਕਰੇਗਾ ਉਹ ਤਰ ਜਾਵੇਗਾ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਵੀ ਐਸੇ ਹੀ ਉਪਦੇਸ਼ ਦਿੰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਜਪੇਗਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਉਹ ਫਿਰ ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਖਾਵੇਗਾ, ਕੇਵਲ ਮਨ ਕਰਕੇ ਪਰਮਾਤਮਾ ਦੇ ਗੁਣ ਗਾਵੇ, ਪ੍ਰਭੂ ਦੇ ਗੁਣ ਗਾਵੇ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਦੇਖੋ ਕਮਲ ਦਾ ਫੁੱਲ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਹੀ ਪੈਦਾ ਹੁੰਦਾ ਹੈ, ਪਰ ਉਹ ਨਿਰਲੇਪ ਰਹਿੰਦਾ ਹੈ, ਉਹਨੂੰ ਕੋਈ ਲੇਪ ਨਹੀਂ ਲੱਗਦੀ। ਜਿਨ੍ਹਾਂ ਭਗਤਾਂ ਨੂੰ ਸੰਸਾਰ ਦੇ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਸਨ, ਕਬੀਰ ਸਾਹਿਬ ਨੂੰ ਜੁਲਾਹਾ ਜੁਲਾਹਾ ਕਹਿੰਦੇ ਸਨ ਤੇ ਭਗਤ ਰਵਿਦਾਸ ਨੂੰ ਲੋਕੀ ਚਮਾਰ ਚਮਾਰ ਕਹਿੰਦੇ ਸਨ, ਉਹਨਾਂ ਨੇ ਰੱਬ ਦੀ ਭਗਤੀ ਕੀਤੀ, ਉੱਚੀ ਪਦਵੀ ਪ੍ਰਾਪਤ ਕੀਤੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ ਤੇ ਉਹਨਾਂ ਭਗਤਾਂ ਨੂੰ ਵੀ ਸਾਡੀ ਨਮਸਕਾਰ ਹੁੰਦੀ ਹੈ। ਸੋ ਸਤਿਗੁਰੂ ਜੀ ਦਾ ਨਾਮ ਐਸਾ ਹੈ, ਇਹ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ। ਜਪਿਆ ਕਰੋ, ਆਪ ਜੁੜੋ, ਦੂਸਰਿਆਂ ਨੂੰ ਜੋੜੋ, ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।